7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੀ ਹਾਂ। ਵਿਦਿਆਰਥੀਓ, ਆਪਾਂ ਨਵੀਂ ਉਡਾਨ ਪੰਜਾਬੀ ਪਾਠ ਪੁਸਤਕ 7 ਦਾ ਪਾਠ ਨੰਬਰ 15 ਸੁਨਹਿਰੀ ਪੰਛੀ ਪੜ੍ਹ ਰਹੇ ਸੀ, ਜੋ ਕਿ 112 ਨੰਬਰ ਪੰਨੇ ਤੇ ਸ਼ੁਰੂ ਹੁੰਦਾ ਹੈ। ਅਸੀਂ ਪੰਨਾ ਨੰਬਰ 112 113 ਪੜ੍ਹ ਚੁੱਕੇ ਹਾਂ। ਅੱਧੀ ਕੁ ਰਾਤ ਤੱਕ ਰਾਜਕੁਮਾਰ ਟਿਕਟਕੀ ਲਗਾ ਕੇ ਵੇਖਦਾ ਰਿਹਾ ਹੈ। ਸਭ ਤੋਂ ਛੋਟਾ ਰਾਜਕੁਮਾਰ ਪੰਛੀ ਦੀ ਭਾਲ ਕਰ ਰਿਹਾ। ਪੰਛੀ ਦਾ ਤੇ ਚਲੋ ਉਹਨੂੰ ਪਤਾ ਨਹੀਂ, ਚੋਰ ਦੀ ਭਾਲ ਕਰ ਰਿਹਾ। ਅਸਲ ਵਿੱਚ ਮਿਲਦਾ ਉਹਨੂੰ ਪੰਛੀ ਹੈ ਇੱਕ। ਕਿਵੇਂ ਮਿਲਦਾ ਹੈ, ਆਓ ਪੜ੍ਹਦੇ ਹਾਂ। ਅੱਧੀ ਰਾਤ ਤੋਂ ਬਾਅਦ ਅਚਾਨਕ ਦਰਖਤ ਉੱਤੇ ਹਲਚਲ ਹੋਈ ਤੇ ਉਸਨੇ ਦੇਖਿਆ ਕਿ ਇੱਕ ਸੁਨਹਿਰੀ ਪੰਛੀ, ਜਿਸ ਦੇ ਖੰਭ ਸੋਨੇ ਰੰਗੇ ਹਨ, ਦਰਖਤ ਚੋਂ ਨਿਕਲਿਆ ਤੇ ਸੇਬ ਤੋੜਨ ਲਈ ਸੇਬ ਵੱਲ ਵਧਿਆ। ਰਾਜਕੁਮਾਰ ਨੇ ਝੱਟ ਆਪਣਾ ਤੀਰ ਉਸ ਉੱਪਰ ਚਲਾ ਦਿੱਤਾ। ਉਹ ਪੰਛੀ ਸੇਬ ਤੋੜ ਕੇ ਉੱਡਣ ਵਿੱਚ ਕਾਮਯਾਬ ਹੋ ਗਿਆ, ਪਰ ਤੀਰ ਨਾਲ ਉਸਦਾ ਇੱਕ ਖੰਭ ਹੇਠਾਂ ਡਿੱਗ ਪਿਆ। ਰਾਜਕੁਮਾਰ ਉਹ ਖੰਭ ਦੇਖ ਕੇ ਬਹੁਤ ਹੈਰਾਨ ਹੋਇਆ। ਉਸਨੇ ਖੰਭ ਚੁੱਕਿਆ ਤੇ ਅਗਲੇ ਦਿਨ ਰਾਜੇ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਆਪਣੇ ਨਾਲ ਉਸ ਸੁਨਹਿਰੀ ਪੰਛੀ ਦਾ ਇੱਕ ਖੰਭ ਵੀ ਲੈ ਕੇ ਆਇਆ ਸੀ। ਹੁਣ ਟਿਕਟਕੀ ਲਗਾ ਕੇ ਵੇਖਦਾ ਰਿਹਾ। ਅੱਧੀ ਰਾਤ ਤੋਂ ਵੱਧ ਸਮਾਂ ਹੋ ਗਿਆ, ਕੋਈ ਉਹਨੂੰ ਨਜ਼ਰ ਨਹੀਂ ਸੀ ਆ ਰਿਹਾ। ਚੋਰ ਜਦੋਂ ਨੀਂਦ ਆਉਣ ਲੱਗਦੀ ਸੀ, ਆਪਣੇ ਹੱਥ 'ਤੇ ਦੰਦੀ ਵੱਢ ਲੈਂਦਾ ਸੀ ਕਿ ਮੈਨੂੰ ਨੀਂਦ ਨਾ ਆਵੇ। ਸੋ ਦੰਦੀ ਵੱਢਣ ਨਾਲ ਦਰਦ ਹੁੰਦੀ ਸੀ, ਜਿਸ ਕਰਕੇ ਉਹ ਜਾਗ ਉੱਠਦਾ ਸੀ ਫਿਰ। ਪਰ ਲਗਾਤਾਰ ਨਿਗਰਾਨੀ ਕਰ ਰਿਹਾ ਹੈ, ਰਾਖੀ ਕਰ ਰਿਹਾ ਹੈ ਕਿ ਪਤਾ ਲੱਗ ਜਾਏ ਚੋਰ ਕਿਹੜਾ ਹੈ। ਅੱਧੀ ਰਾਤ ਤੋਂ ਬਾਅਦ ਉਹਨੂੰ ਪੰਛੀ ਇੱਕ ਨਿਕਲਦਾ ਦਿਸਦਾ ਹੈ ਰੁੱਖ ਦੇ ਵਿੱਚੋਂ, ਜਿਹਨੇ ਇੱਕ ਸੇਬ ਮੂੰਹ ਦੇ ਵਿੱਚ ਪਾਇਆ ਹੈ, ਚੁੰਝ ਵਿੱਚ ਚੜਾਇਆ ਹੈ। ਫਟਾਫਟ ਉਹਨੂੰ ਤੀਰ ਮਾਰਦਾ। ਤੀਰ ਨਾਲ ਉਹ ਪੰਛੀ ਤੇ ਨਹੀਂ ਡਿੱਗਦਾ, ਪੰਛੀ ਤੇ ਉੱਡ ਜਾਂਦਾ, ਪਰ ਉਹਦਾ ਇੱਕ ਪੰਖ ਜ਼ਰੂਰ ਡਿੱਗ ਜਾਂਦਾ। ਸੋ ਪੰਖ ਲੈ ਕੇ ਆਪਣੇ ਰਾਜੇ ਕੋਲ, ਆਪਣੇ ਪਿਤਾ ਕੋਲ ਰਾਜਕੁਮਾਰ ਪਹੁੰਚਦਾ ਤੇ ਸਾਰੀ ਗੱਲ ਦੱਸਦਾ ਹੈ, ਨਾਲ ਖੰਭ ਵੀ ਦਿਖਾਉਂਦਾ ਹੈ। ਸੋਨੇ ਰੰਗਾ ਖੰਭ ਦੇਖ ਕੇ ਰਾਜਾ ਹੋਰ ਵੀ ਹੈਰਾਨ ਹੋਇਆ। ਉਸਨੇ ਆਪਣੇ ਦਰਬਾਰੀਆਂ ਨੂੰ ਖੰਭ ਦਿਖਾਇਆ। ਸਾਰਿਆਂ ਨੇ ਉਸ ਦੀ ਕੀਮਤ ਦਾ ਅੰਦਾਜ਼ਾ ਲਾਉਂਦੇ ਹੋਏ ਉਸ ਨੂੰ ਬਹੁਤ ਕੀਮਤੀ ਆਖਿਆ। ਸਾਰੇ ਇਸ ਗੱਲ ਉੱਪਰ ਹੈਰਾਨ ਸਨ ਕਿ ਜੇ ਖੰਭ ਇੰਨਾ ਕੀਮਤੀ ਹੈ ਤਾਂ ਉਹ ਪੰਛੀ ਕਿੰਨਾ ਕੀਮਤੀ ਹੋਵੇਗਾ ਜਿਸ ਦਾ ਇਹ ਖੰਭ ਹੈ। ਸਾਨੂੰ ਪੰਛੀ ਹਾਸਲ ਕਰਨਾ ਚਾਹੀਦਾ ਹੈ ਤੇ ਉਸ ਨੂੰ ਆਪਣੇ ਇਸ ਬਾਗ ਵਿੱਚ, ਇਸੇ ਦਰਖਤ ਉੱਪਰ ਪਿੰਜਰੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ। ਰਾਜੇ ਨੇ ਉਸ ਪੰਛੀ ਬਾਰੇ ਦੱਸ ਪਾਉਣ ਵਾਲੇ ਨੂੰ ਵੱਡਾ ਇਨਾਮ ਦੇਣ ਦਾ ਐਲਾਨ ਕੀਤਾ ਤੇ ਆਪਣੇ ਰਾਜ ਦੇ ਸਾਰੇ ਸਿਆਣਿਆਂ ਨੂੰ ਕਿਹਾ ਕਿ ਉਹ ਉਸ ਪੰਛੀ ਬਾਰੇ ਪਤਾ ਲਗਾਉਣ, ਪਰ ਇਸ ਦਾ ਕੋਈ ਲਾਭ ਨਾ ਹੋਇਆ। ਇਨਾਮ ਦੇ ਲਾਲਚ ਵਿੱਚ ਲੋਕ ਐਵੇਂ ਝੂਠੀਆਂ ਕਹਾਣੀਆਂ ਬਣਾ ਕੇ ਲੈ ਆਉਂਦੇ। ਕੋਈ ਆਖਦਾ ਕਿ ਉਸ ਨੇ ਇਹ ਪੰਛੀ ਪਹਾੜ ਉੱਪਰ ਦੇਖਿਆ ਹੈ, ਕੋਈ ਇਸ ਨੂੰ ਕਿਸੇ ਤਲਾਅ ਅਤੇ ਕੋਈ ਇਸ ਨੂੰ ਕਿਸੇ ਜੰਗਲ ਦਾ ਪਰਿੰਦਾ ਦੱਸਦਾ। 2 ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਕੋਈ ਉਸ ਪੰਛੀ ਦਾ ਸੁਰਾਗ ਨਾ ਲਾ ਸਕਿਆ। ਉਸ ਪੰਛੀ ਨੂੰ ਸਿਰਫ ਛੋਟੇ ਰਾਜਕੁਮਾਰ ਨੇ ਹੀ ਦੇਖਿਆ ਸੀ, ਸੋ ਉਸ ਨੂੰ ਹੀ ਕਿਹਾ ਗਿਆ ਕਿ ਉਹ ਉਸ ਪੰਛੀ ਨੂੰ ਲੱਭ ਕੇ ਲਿਆਵੇ। ਹੁਣ ਰਾਜਕੁਮਾਰ ਨੂੰ ਤਾਂ ਇਸ ਦੀ ਕੋਈ ਜਾਣਕਾਰੀ ਨਹੀਂ ਸੀ, ਪਰ ਫਿਰ ਵੀ ਆਪਣੇ ਪਿਤਾ ਦੀ ਖੁਸ਼ੀ ਵਾਸਤੇ ਉਹ ਉਸ ਪੰਛੀ ਨੂੰ ਲੱਭਣ ਲਈ ਘੋੜੇ ਉੱਪਰ ਨਿਕਲ ਪਿਆ। ਉਸਨੇ ਆਪਣੇ ਹੀਰਿਆਂ ਨਾਲ ਜੜੀ ਤਲਵਾਰ, ਇੱਕ ਸੁਨਹਿਰੀ ਸੇਬ ਤੇ ਉਸ ਪੰਛੀ ਦਾ ਖੰਭ ਲਿਆ ਤੇ ਉਹ ਆਪਣੇ ਘੋੜੇ ਉੱਪਰ ਸੁਨਹਿਰੀ ਪੰਛੀ ਲੱਭਣ ਤੁਰ ਪਿਆ। ਰਾਹ ਵਿੱਚ ਉਸਨੇ ਆਪਣੀ ਜੇਬ ਚੋਂ ਖੰਭ ਕੱਢਿਆ ਤੇ ਧਿਆਨ ਨਾਲ ਦੇਖਣ ਲੱਗਾ। ਅਚਾਨਕ ਹਵਾ ਚੱਲੀ ਤੇ ਖੰਭ ਹਵਾ ਵਿੱਚ ਉੱਡ ਗਿਆ। ਉਹ ਉੱਡਦੇ ਹੋਏ ਖੰਭ ਦੇ ਪਿੱਛੇ ਪਿੱਛੇ ਭੱਜਣ ਲੱਗਾ। ਜਦੋਂ ਉਸਨੇ ਦੇਖਿਆ ਕਿ ਇਹ ਖੰਭ ਉਸਦੇ ਹੱਥ ਨਹੀਂ ਆ ਰਿਹਾ, ਉਹ ਰੋਣ ਲੱਗ ਪਿਆ। ਉਸਨੂੰ ਖੰਭ ਦੇ ਹੱਥੋਂ ਨਿਕਲ ਜਾਣ ਦਾ ਬਹੁਤ ਦੁੱਖ ਸੀ। ਉਸਦੇ ਰੋਣ ਦੀ ਆਵਾਜ਼ ਸੁਣ ਕੇ ਉਹੀ ਖੰਭ ਵਾਪਸ ਉਸ ਕੋਲ ਆਇਆ ਤੇ ਬੋਲਿਆ, ਉਸ ਪੰਛੀ ਨੂੰ ਲੱਭਣਾ ਹੈ ਨਾ, ਜਿਸ ਦਾ ਮੈਂ ਹਿੱਸਾ ਹਾਂ। ਦੇਖੋ ਹੁਣ ਕਿੰਨੀ ਅਜੀਬੋ-ਗਰੀਬ ਗੱਲ ਚੱਲ ਰਹੀ ਹੈ ਕਿ ਜਦੋਂ ਉਹ ਖੰਭ ਦੇਖਿਆ ਸੋਨੇ ਰੰਗਾ, ਪਹਿਲਾਂ ਤਾਂ ਮਹੱਲ ਵਾਲਿਆਂ ਨੇ, ਸਾਰਿਆਂ ਨੇ, ਖੁਦ ਰਾਜੇ ਨੇ ਵੀ, ਸਭ ਹੈਰਾਨ ਹੋ ਗਏ ਨੇ ਤੇ ਅੰਦਾਜ਼ਾ ਲਗਾਉਣ ਲੱਗ ਗਏ ਨੇ ਉਹਦੀ ਕੀਮਤ ਦਾ, ਉਹਦੀ ਪ੍ਰਾਈਜ਼ ਦਾ, ਕਿ ਇੰਨਾ ਕੀਮਤੀ, ਇੰਨਾ ਪ੍ਰੀਸ਼ੀਅਸ ਹੈ ਤੇ ਜਿਹੜਾ ਇਹ ਪੰਛੀ ਹੋਏਗਾ ਉਹ ਕਿੰਨਾ ਕੀਮਤੀ ਹੋਏਗਾ। ਫੈਸਲਾ ਇਹ ਹੋਇਆ ਕਿ ਉਹ ਪੰਛੀ ਨੂੰ ਵੀ ਇੱਥੇ ਲਿਆ ਜਾਏ, ਕੈਦ ਕਰਕੇ ਪਿੰਜਰੇ 'ਚ ਰੱਖ ਲੈਂਦੇ ਹਾਂ, ਰੁੱਖ ਦੇ ਨਾਲ ਟੰਗ ਦਾਂਗੇ, ਇਸੇ ਰੁੱਖ ਦੇ ਨਾਲ ਜਿਹਦੇ ਸੇਬ ਸੁਨਹਿਰੀ ਨੇ, ਨਾਲ ਹੀ ਸੁਨਹਿਰਾ ਪੰਛੀ ਹੋਏਗਾ। ਕਿੰਨੀ ਵਧੀਆ ਗੱਲ ਹੋਏਗੀ। ਸਾਰੇ ਇਹ ਚੀਜ਼ਾਂ ਸੋਚਣ ਲੱਗ ਗਏ। ਰਾਜੇ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਉਹ ਪੰਛੀ ਦੀ ਦੱਸ ਪਾਏਗਾ ਉਹਨੂੰ ਮੈਂ ਇਨਾਮ ਦੇਵਾਂਗਾ। ਹੁਣ ਲਾਲਚ ਵਿੱਚ ਦੁਨੀਆ ਕੀ ਨਹੀਂ ਕਰਦੀ, ਝੂਠੀਆਂ ਖਬਰਾਂ ਬਣਾ ਕੇ ਦੱਸਣ ਲੱਗ ਗਏ ਨੇ ਰਾਜੇ ਨੂੰ। ਕਹਿੰਦੇ ਨੇ ਕਿ ਉੱਥੇ ਵੇਖਿਆ, ਉੱਥੇ ਕੋਈ ਕਿਤੇ ਕਹੀ ਜਾਂਦਾ, ਕੋਈ ਕਿਤੇ ਕਹੀ ਜਾਂਦਾ, ਪਰ ਲੱਭਦਾ ਨਹੀਂ ਪੰਛੀ ਕਿਤੇ ਵੀ। ਅਸਲੀ ਉਹਦਾ ਰਾਹ ਨਹੀਂ ਪਤਾ ਲੱਗਦਾ।
ਸੋ ਫਿਰ ਸਭ ਤੋਂ ਛੋਟੇ ਰਾਜਕੁਮਾਰ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾਂਦੀ, ਕਿਉਂਕਿ ਉਹਨੇ ਵੇਖਿਆ ਸੀ ਪੰਛੀ ਨੂੰ ਕਿ ਕਿਵੇਂ ਦਾ ਹੈ ਉਹ ਪੰਛੀ। ਉਹਨੂੰ ਕਿਹਾ ਜਾਂਦਾ ਕਿ ਤੂੰ ਹੀ ਲੱਭੇਂਗਾ। ਆਪਣੀ ਹੀਰਿਆਂ ਵਾਲੀ ਤਲਵਾਰ ਹੈ, ਜਿਹੜੀ ਹੀਰਿਆਂ ਨਾਲ ਜੜੀ ਹੋਈ ਤਲਵਾਰ ਹੈ, ਉਹ ਚੱਕਦਾ ਹੈ ਤੇ ਨਾਲ ਉਹ ਖੰਭ ਲੈ ਲੈਂਦਾ ਹੈ। ਚਲਾ ਜਾਂਦਾ ਹੈ ਲੱਭਣ ਵਾਸਤੇ ਕਿ ਕਿਤੇ ਤਾਂ ਲੱਭੇਗਾ। ਜਦੋਂ ਰਸਤੇ ਵਿੱਚ ਇੱਕਦਮ ਜੇਬ ਚੋਂ ਕੱਢਦਾ ਖੰਭ ਨੂੰ, ਧਿਆਨ ਨਾਲ ਦੇਖਣ ਲੱਗਦਾ ਤੇ ਹਵਾ ਆਉਂਦੀ ਹੈ ਤੇ ਹਵਾ ਦੇ ਨਾਲ ਖੰਭ ਉੱਡ ਜਾਂਦਾ। ਖੰਭ ਉੱਡਦਾ ਜਾ ਰਿਹਾ, ਉਹ ਪਿੱਛੇ ਪਿੱਛੇ ਜਾ ਰਿਹਾ ਘੋੜਾ ਦੜਾਉਂਦਾ। ਜਦੋਂ ਉਹਨੂੰ ਲੱਗ ਰਿਹਾ ਵੀ ਨਹੀਂ ਖੰਭ ਤੇ ਉਹ ਹਾਸਲ ਹੀ ਨਹੀਂ ਕਰ ਸਕੇਗਾ, ਤੇ ਉਹਦੀਆਂ ਅੱਖਾਂ 'ਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ, ਰੋਣਾ ਆਉਣ ਲੱਗ ਜਾਂਦਾ ਉਹਨੂੰ ਕਿ ਇਹ ਤੇ ਬਹੁਤ ਬੁਰੀ ਗੱਲ ਹੋਈ ਹੈ ਕਿ ਜਿਹੜਾ ਖੰਭ ਸੀ ਮੇਰੇ ਕੋਲੋਂ ਤੇ ਉਹ ਵੀ ਖੁੱਸ ਗਿਆ, ਮੇਰੇ ਹੱਥੋਂ ਨਿਕਲ ਗਿਆ, ਗੁਆਚ ਗਿਆ। ਹੁਣ ਦੇਖੋ ਖੰਭ ਵੀ ਆ ਕੇ ਫਿਰ ਬੋਲ ਰਿਹਾ, ਉਹਦੀ ਰੋਣ ਦੀ ਆਵਾਜ਼ ਸੁਣ ਕੇ ਖੰਭ ਉਹਦੇ ਕੋਲ ਆ ਗਿਆ ਤੇ ਉਹਨੂੰ ਕੀ ਕਹਿੰਦਾ ਹੈ, ਕਹਿੰਦਾ ਤੂੰ ਲੱਭਣਾ ਹੈ ਨਾ ਉਸ ਪੰਛੀ ਨੂੰ ਜਿਹਦਾ ਮੈਂ ਹਿੱਸਾ ਆ, ਜਿਹਦੇ ਨਾਲੋਂ ਮੈਂ ਲੱਥਿਆ ਆ, ਤੂੰ ਉਸ ਪੰਛੀ ਨੂੰ ਲੱਭਣਾ ਚਾਹੁੰਦਾ ਨਾ। ਰਾਜਕੁਮਾਰ ਰੋਂਦਾ ਰੋਂਦਾ ਚੁੱਪ ਕਰ ਗਿਆ ਤੇ ਕਹਿਣ ਲੱਗਾ ਹਾਂ ਤਾਂ ਚੱਲ ਮੇਰੇ ਨਾਲ, ਮੇਰੇ ਪਿੱਛੇ ਪਿੱਛੇ ਆ, ਮੈਂ ਤੈਨੂੰ ਆਪਣੇ ਉਸ ਪਿਆਰੇ ਪੰਛੀ ਕੋਲ ਲੈ ਚੱਲਦਾ ਹਾਂ। ਕੀ ਕਹਿੰਦਾ ਖੰਭ, ਕਹਿੰਦਾ ਚੱਲ ਫਿਰ ਮੇਰੇ ਪਿੱਛੇ ਪਿੱਛੇ, ਮੈਂ ਤੈਨੂੰ ਉਸ ਪਿਆਰੇ ਪੰਛੀ ਦੇ ਕੋਲ ਲੈ ਕੇ ਚੱਲਦਾ। ਰਾਜਕੁਮਾਰ ਘੋੜੇ ਉੱਪਰ ਸਵਾਰ ਤੇ ਉਹ ਖੰਭ ਹਵਾ ਵਿੱਚ, ਮਾਨੋ ਉਹ ਵੀ ਕਿਸੇ ਘੋੜੇ ਉੱਪਰ ਸਵਾਰ ਹੋਵੇ। ਦੋਵੇਂ ਉਸ ਪੰਛੀ ਨੂੰ ਲੱਭਣ ਤੁਰ ਪਏ। ਰਾਹ ਵਿੱਚ ਉਹਨਾਂ ਨੇ ਇੱਕ ਜੰਗਲ ਪਾਰ ਕੀਤਾ, ਇੱਕ ਦਰਿਆ ਤੇ ਇੱਕ ਪਹਾੜ। ਇੰਜ ਸਾਰਾ ਦਿਨ ਤੁਰਨ ਤੋਂ ਬਾਅਦ ਰਾਤ ਪੈ ਗਈ। ਰਾਜਕੁਮਾਰ ਨੇ ਘੋੜਾ ਰੋਕ ਦਿੱਤਾ। ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ, ਮੈਨੂੰ ਕੁਝ ਵੀ ਵਿਖਾਈ ਨਹੀਂ ਦਿੰਦਾ, ਮੈਂ ਤੇ ਮੇਰਾ ਘੋੜਾ ਹਨੇਰੇ ਵਿੱਚ ਨਹੀਂ ਦੇਖ ਸਕਦੇ। ਨਹੀਂ, ਅਸੀਂ ਰੁਕ ਨਹੀਂ ਸਕਦੇ, ਅੱਜ ਦੀ ਸਾਰੀ ਰਾਤ ਹੀ ਸਾਨੂੰ ਚੱਲਣਾ ਪਵੇਗਾ, ਨਹੀਂ ਤਾਂ ਅਸੀਂ ਉਸ ਪਿਆਰੇ ਪੰਛੀ ਕੋਲ ਨਹੀਂ ਪਹੁੰਚ ਸਕਦੇ। ਖੰਭ ਦੀ ਆਵਾਜ਼ ਸੀ। ਹੁਣ ਇੰਨਾ ਦੂਰ ਤੱਕ ਆ ਗਏ ਨੇ ਕਿ ਸ਼ਾਮ ਪੈ ਗਈ, ਰਾਤ ਪੈ ਗਈ, ਦਿਸਣਾ ਵੀ ਬੰਦ ਹੋ ਗਿਆ ਰਾਹ ਅੱਗੋਂ, ਹਨੇਰਾ ਬਹੁਤ ਹੈ, ਬਹੁਤ ਹਨੇਰਾ ਹੈ। ਤੇ ਰਾਜਕੁਮਾਰ ਕੀ ਕਹਿੰਦਾ ਕਿ ਮੈਨੂੰ ਵੀ ਨਹੀਂ ਹੁਣ ਦਿਸ ਰਿਹਾ ਤੇ ਮੇਰੇ ਘੋੜੇ ਨੂੰ ਵੀ ਨਹੀਂ ਦਿਸਣਾ, ਹਨੇਰੇ ਦੇ ਵਿੱਚ ਰਸਤਾ ਕਿਵੇਂ ਲੱਭਾਂਗੇ, ਅਸੀਂ ਕਿਵੇਂ ਜਾਵਾਂਗੇ, ਹੁਣ ਅਸੀਂ ਅੱਗੇ ਨਹੀਂ ਜਾ ਸਕਦੇ। ਪਰ ਖੰਭ ਕੀ ਕਹਿੰਦਾ, ਕਹਿੰਦਾ ਜਾਣਾ ਹੀ ਪਏਗਾ, ਤਾਂ ਹੀ ਅਸੀਂ ਲੱਭ ਸਕਾਂਗੇ, ਅੱਜ ਸਾਨੂੰ ਸਾਰੀ ਰਾਤ ਚੱਲਣਾ ਹੀ ਪੈਣਾ ਹੈ, ਨਹੀਂ ਤੇ ਸਾਨੂੰ ਉਹ ਪੰਛੀ ਨਹੀਂ ਮਿਲੇਗਾ। ਪਰ ਤੂੰ ਹੈ ਕਿੱਥੇ, ਮੈਨੂੰ ਤਾਂ ਕੁਝ ਵੀ ਵਿਖਾਈ ਨਹੀਂ ਦੇ ਰਿਹਾ, ਰਾਜਕੁਮਾਰ ਨੇ ਕਿਹਾ। ਰਾਜਕੁਮਾਰ ਨੂੰ ਤਾਂ ਦਿਸਦਾ ਹੀ ਨਹੀਂ ਵੀ ਖੰਭ ਵੀ ਕਿੱਥੇ ਆ। ਖੰਭ ਨੂੰ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਤੂੰ ਕਿੱਥੇ ਹੈ, ਆਪਣੇ ਪਿੱਛੇ ਦੇਖੋ। ਖੰਭ ਕਹਿੰਦਾ ਆਪਣੇ ਪਿੱਛੇ ਦੇਖੋ। ਰਾਜਕੁਮਾਰ ਨੇ ਪਿੱਛੇ ਮੁੜ ਕੇ ਦੇਖਿਆ ਕਿ ਹਨੇਰੇ ਵਿੱਚ ਖੰਭ ਜੁਗਨੂਆਂ ਵਾਂਗ ਜਗ ਰਿਹਾ ਹੈ। ਉਸ ਉੱਪਰ ਜਿਵੇਂ ਕਿੰਨੇ ਹੀ ਜੁਗਨੀ ਇਕੱਠੇ ਹੋ ਗਏ ਹੋਣ। ਹੁਣ ਹਨੇਰੇ ਵਿੱਚ ਰਾਜਕੁਮਾਰ ਖੰਭ ਨੂੰ ਦੇਖ ਸਕਦਾ ਸੀ। ਖੰਭ ਅੱਗੇ ਅੱਗੇ ਤੇ ਰਾਜਕੁਮਾਰ ਪਿੱਛੇ ਪਿੱਛੇ। ਤੁਰਦੇ ਤੁਰਦੇ ਉਹ ਬਹੁਤ ਦੂਰ ਨਿਕਲਿਆ। ਰਾਜਕੁਮਾਰ ਨੇ ਦੇਖਿਆ ਕਿ ਇੱਕ ਝੌਂਪੜੀ ਦੇ ਅੱਗੇ ਆ ਕੇ ਉਹ ਖੰਭ ਰੁਕ ਗਿਆ। ਇਹ ਦਰਅਸਲ ਇੱਕ ਟੁੱਟਾ ਜਿਹਾ ਕੱਚਾ ਘਰ ਸੀ, ਜਿਸ ਦੇ ਅੰਦਰ ਇੱਕ ਦੀਵਾ ਜਗ ਰਿਹਾ ਸੀ ਤੇ ਕੋਲ ਟੁੱਟੇ ਜਿਹੇ ਮੰਜੇ ਉੱਪਰ ਇੱਕ ਮਨੁੱਖ ਲੇਟਿਆ ਹੋਇਆ ਸੀ। ਰਾਜਕੁਮਾਰ ਅੰਦਰ ਜਾਣ ਲਈ ਦਰਵਾਜ਼ੇ ਵੱਲ ਹੋਇਆ ਤਾਂ ਖੰਭ ਨੇ ਉਸ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਹੁਣ ਲੈ ਗਿਆ ਖੰਭ ਉਹਨੂੰ, ਉੱਥੇ ਕੀ ਦਿਖਾਉਣ ਲੱਗਾ ਹੈ ਦੇਖੋ। ਉਹਨੂੰ ਅੰਦਰ ਨਹੀਂ ਜਾਣ ਦਿੱਤਾ, ਖਿੜਕੀ ਦੇ ਕੋਲੋਂ ਹੀ ਦੇਖੇਗਾ। ਅੱਧੀ ਰਾਤ ਹੋ ਚੁੱਕੀ ਸੀ ਤੇ ਥੋੜ੍ਹੀ ਦੇਰ ਬਾਅਦ ਉਹਨਾਂ ਦੇਖਿਆ ਕਿ ਉਹ ਸੁਨਹਿਰੀ ਪੰਛੀ ਉੱਡਦਾ ਹੋਇਆ ਆਇਆ ਤੇ ਉਸਨੇ ਆਪਣੀ ਚੁੰਝ ਵਾਲਾ ਫੜਿਆ ਸੁਨਹਿਰੀ ਸੇਬ ਉਸ ਬਿਮਾਰ ਆਦਮੀ ਦੇ ਸਿਰਹਾਣੇ ਰੱਖ ਦਿੱਤਾ। ਪੰਛੀ ਖਿੜਕੀ ਦੇ ਕੋਲ ਬੈਠ ਗਿਆ ਤੇ ਕਹਿਣ ਲੱਗਾ, ਇਸ ਸੇਬ ਨੂੰ ਖਾਣ ਨਾਲ ਤੇਰੀ ਬਿਮਾਰੀ ਠੀਕ ਹੋ ਜਾਵੇਗੀ, ਇਸ ਦੇ ਬੀਜ ਸੁੱਟੀ ਨਾ, ਇਹਨਾਂ ਨੂੰ ਆਪਣੇ ਵਿਹੜੇ ਵਿੱਚ ਬੀਜ ਦੇਵੀਂ, ਇਸ ਤੋਂ ਇਸੇ ਤਰ੍ਹਾਂ ਦੇ ਸੁਨਹਿਰੀ ਫਲ ਲੱਗਣਗੇ ਤੇ ਉਹਨਾਂ ਨੂੰ ਵੇਚ ਕੇ ਤੇਰੀ ਗਰੀਬੀ ਦੂਰ ਹੋ ਜਾਵੇਗੀ। ਇਹਨਾਂ ਆ ਕੇ ਉਹ ਪੰਛੀ ਉੱਡ ਗਿਆ। ਰਾਜਕੁਮਾਰ ਦੇਖਦਾ ਹੀ ਰਹਿ ਗਿਆ। ਰਾਜਕੁਮਾਰ ਵੇਖੀ ਜਾਂਦਾ ਕਿ ਪੰਛੀ ਕੀ ਇਹ ਗੱਲਾਂ ਕਰ ਰਿਹਾ। ਪੰਛੀ ਨੇ ਉਹ ਸੇਬ ਰੱਖ ਦਿੱਤਾ ਹੈ, ਨਾਲੇ ਕਹਿ ਦਿੱਤਾ ਕਿ ਇਹਨੂੰ ਖਾ ਲਈ ਤੇ ਤੂੰ ਠੀਕ ਹੋ ਜਾਏਗਾ, ਤੇਰੀ ਬਿਮਾਰੀ ਠੀਕ ਹੋ ਜਾਏਗੀ। ਦੈਟ ਮੀਨਸ ਕਿ ਟ੍ਰੀਟਮੈਂਟ ਕਰਦਾ ਸੇਬ, ਕਹਿੰਦੇ ਤੂੰ ਖਾਏਗਾ ਠੀਕ ਹੋ ਜਾਏਗਾ, ਪਰ ਇਹਦੇ ਜਿਹੜੇ ਬੀਜ ਨੇ ਉਹ ਰੱਖ ਲਈ, ਉਹਨਾਂ ਨੂੰ ਬੀਜੀ, ਫਿਰ ਇਹੋ ਜਿਹੇ ਬੂਟੇ ਉੱਗਣਗੇ, ਫਿਰ ਉਹ ਫਲ ਜਿਹੜਾ ਤੂੰ ਵੇਚੀ, ਫਿਰ ਤੂੰ ਗਰੀਬੀ ਤੇਰੀ ਜਿਹੜੀ ਦੂਰ ਹੋਏਗੀ, ਗਰੀਬੀ ਦੇ ਦਿਨ ਕੱਟੇ ਜਾਣਗੇ, ਸੁੱਖ ਆਨੰਦ ਮਿਲ ਜਾਏਗਾ। ਉਸ ਨੂੰ ਸਮਝ ਆ ਗਈ ਕਿ ਸੁਨਹਿਰੀ ਪੰਛੀ ਉਹਨਾਂ ਦੇ ਦਰਖਤ ਤੋਂ ਸੇਬ ਕਿਉਂ ਤੋੜ ਕੇ ਲਿਆ ਰਿਹਾ ਹੈ। ਰਾਜਕੁਮਾਰ ਜੋ ਪਹਿਲਾਂ ਪੰਛੀ ਨੂੰ ਕੈਦ ਕਰਕੇ ਲਿਜਾਣਾ ਚਾਹੁੰਦਾ ਸੀ, ਹੁਣ ਉਸ ਨੂੰ ਪੰਛੀ ਨਾਲ ਹਮਦਰਦੀ ਹੋ ਗਈ। ਰਾਜਕੁਮਾਰ ਨੇ ਖੰਭ ਤੋਂ ਉਸ ਬਿਮਾਰ ਆਦਮੀ ਬਾਰੇ ਜਾਣਨਾ ਚਾਹਿਆ। ਖੰਭ ਨੇ ਦੱਸਿਆ ਕਿ ਇਹ ਬਿਮਾਰ ਆਦਮੀ ਅਸਲ ਵਿੱਚ ਕਾਰੀਗਰ ਹੈ, ਜਿਸ ਨੇ ਉਹਨਾਂ ਦੇ ਬਾਗ ਵਿੱਚ ਸੰਗਮਰਮਰ ਦਾ ਕੰਮ ਕੀਤਾ ਸੀ। ਹੁਣ ਖੰਭ ਨੂੰ ਪੁੱਛ ਰਿਹਾ ਹੈ ਕਿ ਕੌਣ ਹੈ। ਪੰਛੀ ਨਾਲ ਵੀ ਹਮਦਰਦੀ ਹੋ ਗਈ ਕਿ ਕਿੰਨਾ ਵਧੀਆ ਕੰਮ ਕਰ ਰਿਹਾ, ਬਿਮਾਰ ਦੀ ਮਦਦ ਕਰ ਰਿਹਾ।
ਪੰਛੀ ਨੇ ਦੱਸਦਾ ਵੀ ਇਹਨੇ ਤੁਹਾਡੇ ਬਾਗ ਦੇ ਵਿੱਚ ਮਾਰਬਲ ਦਾ ਜਿਹੜਾ ਕੰਮ ਕੀਤਾ ਸੀ, ਪੱਥਰ ਦਾ ਕੰਮ ਕੀਤਾ ਸੀ, ਉਹ ਇਸੇ ਵਿਅਕਤੀ ਨੇ ਕੀਤਾ ਸੀ, ਇਹ ਕਾਰੀਗਰ ਸੀਗਾ। ਅੱਜ ਲਈ ਇੰਨਾ ਹੀ, ਬਾਕੀ ਆਪਾਂ ਕੱਲ੍ਹ ਕਰਾਂਗੇ। ਧੰਨਵਾਦ।